अस्सलामुअलैकुम नाजरीन। आजकल सोशल मीडिया उत्ते सुहेल अहमद ते आफ्ताब इकबाल दा तनाज़ा डिस्कस हो रहा। बड़े मारूफ व मशहूर शख्सियात ने अपनी अपनी राय का इजहार किया है। मैनू एक गल की कमी महसूस होंदी सी ते मैं सोचदा सा यह गल मैं किहदे नाल करां ते फिर मैं सोचिया यह गल मैनू खुद ही कर लेनी चाहिए। वो गल की है, जिस तरह का फजा ते माहौल आजकल सोशल मीडिया ते पैदा हो चुके हैं, ਉਹਦੇ ਵਿੱਚ ਸੁਹੇਲ ਅਹਿਮਦ ਤੇ ਆਫਤਾਬ ਇਕਬਾਲ ਨੂੰ ਕੀ ਕਰਨਾ ਚਾਹੀਦਾ। ਇਹ ਗੱਲ ਕਰਨ ਤੋਂ ਪਹਿਲਾਂ ਮੈਂ ਚੰਦ ਗੱਲਾਂ ਕਰਨਾ ਚਾਹਨਾ ਹਾਂ। ਸੁਹੇਲ ਅਹਿਮਦ ਨੂੰ ਮੈਂ ਤਕਰੀਬਨ 38-39 ਸਾਲ ਪਹਿਲੇ ਦਾ ਜਾਣਨਾ। ਉਹ ਇੰਤਹਾਈ ਆਜਜ਼, ਪਿਆਰ ਕਰਨ ਵਾਲੇ ਤੇ ਆਪਣੇ ਕੰਮ ਨਾਲ ਇਨਸਾਫ ਕਰਨ ਵਾਲੇ ਇਨਸਾਨ ਨੇ ਤੇ ਉਹ उस जमाने में तकरीबन 38-39 साल पहले अमानुल्लाह नल पंजाब यूनिवर्सिटी न्यू कैंपस आते सन। मैं उस वक्त लॉ का तालब इलम सा ते सुहेल साहब के छोटे भाई मुहम्मद जुनैद अकरम वो भी तालब इलम सन ते असी दोवें जिगरी यार भी हाँ। ते उत्थे फिर अमानुल्लाह साहब नाल ते सुहेल साहब नाल मुलाकात रहिंदी सी ते सुहेल साहब अमानुल्लाह की बहुत बहुत ज़्यादा प्यार ਤੇ ਬਹੁਤ ਜ਼ਿਆਦਾ ਇੱਜ਼ਤ ਕਰ ਤੇ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ। ਸੁਹੇਲ ਸਾਹਿਬ ਜਿਹੜੇ ਨੇ ਆਪਣੇ ਕੰਮ ਨਾਲ ਇਨਸਾਫ ਕਰਨ ਦੀ ਵਜ੍ਹਾ ਨਾਲ, ਆਪਣੇ ਸਾਥੀ ਫਨਕਾਰਾਂ ਦੀ ਇੱਜ਼ਤ ਕਰਨ ਦੀ ਵਜ੍ਹਾ ਨਾਲ ਅੱਜ ਦੇ ਵੇਲੇ ਦੇ ਲੈਜੈਂਡ ਬਣ ਚੁੱਕੇ ਤੇ ਸਾਰਾ ਪਾਕਿਸਤਾਨ ਔਰ ਦੀਗਰ ਮਮਾਲਕ ਵਿੱਚ ਵੀ ਲੋਕ ਉਹਨਾਂ ਨੂੰ ਜਾਣਦੇ ਨੇ, ਪਹਿਚਾਨਦੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਹਨਾਂ ਮਾਸ਼ਾਅੱਲਾ ਇਹ ਮੁਕਾਮ ਜਿਹੜਾ ਹਾਸਲ ਕਰ ਲਿਆ ਹੈ, ਇਹਦੇ ਮੁਤਲਕ डिस्ट्रिक्ट पब्लिक प्रोसिक्यूटर जेलम जफर इकबाल साहब दा मैं एक जुमला कोट करांगा। उन्हें आख्या सी, he is an such type of artist who has crossed the sound barrier of his profession। यानी अपनी प्रोफेशन दे जो साउंड बैरियर ने वो अपने काम में उस तो भी अगा लंघे ने। ते मेरा ख्याल है खूबसूरत जुमला ਸੁਹੇਲ ਅਹਿਮਦ ਨੂੰ ਡਿਜ਼ਰਵ ਕਰ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਸੁਹੇਲ ਅਹਿਮਦ ਦੇ ਨਾਨਾ ਜੀ ਵੀ ਸਨ ਤੇ ਪੰਜਾਬੀ ਜ਼ਬਾਨੋ ਅਦਬ ਦੀ ਬਹੁਤ ਵੱਡੀ ਸ਼ਖਸੀਅਤ ਸਨ। ਉਹਨਾਂ ਦੀ ਸ਼ਖਸੀਅਤ ਸੂਰਜ ਵਾਂਗ ਸੀ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਮੁਸਤਫੀਦ ਹੋਏ। ਉਹਨਾਂ ਦੀ ਸ਼ਖਸੀਅਤ ਹੇਠ ਬਹੁਤ ਸਾਰੇ ਸ਼ਾਇਰੋ ਅਦੀਬ ਆਪਣੇ ਵੇਲੇ ਦੇ ਸਾਹਮਣੇ ਆਏ। ਬਹੁਤ ਅਰਸਾ ਪਹਿਲੇ ਮੈਂ ਇੱਕ ਇੰਟਰਵਿਊ ਗੁਜਰਾਂਵਾਲਾ ਦੀ ਮਸ਼ਹੂਰ ਸ਼ਖਸੀਅਤ ਕੋਲੋਂ ਕੀਤਾ ਜਿਹਦਾ ਨਾਮ ਸੀ ਡਾਕਟਰ ਫਕੀਰ ਮੁਹੰਮਦ ਫਕੀਰ, ਇੱਕ ਵੱਡੀ ਸ਼ਖਸੀਅਤ। ਤੇ ਜਿਨ੍ਹਾਂ ਕੋ ਇੰਟਰਵਿਊ ਕੀਤਾ ਉਹਨਾਂ ਦੇ ਵਿੱਚ ਨਵੀਦ ਅਨਵਰ ਨਵੀਦ ਮਰਹੂਮ, ਜਿਹੜੇ ਗੁਜਰਾਂਵਾਲਾ ਬਾਰ ਐਸੋਸੀਏਸ਼ਨ ਦੇ 5 ਦਫਾ ਜਨਰਲ ਸੈਕਟਰੀ, 2 ਦਫਾ ਸਦਰ ਤੇ 2 ਦਫਾ पंजाब बार काउंसिल के मैंबर हुए हैं। दूसरे सन सलीम चाल साहब, ये एडवोकेट सन लेकिन बतौर SP भी रिटायर हुए। और डॉक्टर इसाक जवेद साहब शायर सन ते चौथे सन इसाक मुगल साहब। ते इन्हां सारी शख्सियतां ने डॉक्टर साहब दे शख्सियत दे मुख्तलिफ जड़े रुख पेश किए ते इन्हां सारियां दा लुबे लबाब यही सी। इलामा इकबाल दा शेर, हजारों साल नरगस अपनी बेनूरी पे रोती है, बड़ी मुश्किल से होता है चमन में दीदा वर पैर। इंटरव्यू के दौरान सलीम चाहल साहब ने डॉक्टर साहब ਨੂੰ ਆਖਿਆ ਕਿ ਡਾਕਟਰ ਸਾਹਿਬ ਤੁਸੀਂ ਸਿਆਲਕੋਟੀ ਦਰਵਾਜ਼ੇ ਤੋਂ ਆਉਂਦੇ ਹੋ ਤੇ ਉੱਥੇ ਟ੍ਰੈਫਿਕ ਦਾ ਬਹੁਤ ਰਸ਼ ਹੁੰਦਾ ਹੈ ਤੇ ਕੋਈ ਐਸਾ ਸ਼ੇਰ ਤੇ ਲਿਖ ਦਿਓ ਕਿ ਲੋਕਾਂ ਨੂੰ ਟ੍ਰੈਫਿਕ ਦੇ ਕਾਨੂੰਨ ਦੀ ਮੱਤ ਆਵੇ ਤੇ ਉਹ ਬਿਹਤਰ ਹੋ ਜਾਣ। ਤੇ ਡਾਕਟਰ ਸਾਹਿਬ ਆਖਿਆ ਇਹ ਕਿਹੜੀ ਗੱਲ ਹੈ, ਲੋ ਲਿਖੋ ਹੁਣੇ। ਤੇ ਸ਼ੇਰ ਸੁਣਾ ਦਿੱਤਾ, ਖੱਬੇ ਹੱਥੀ ਮੱਠੀ ਟੋਰ ਵਸਾਰੋ ਨਾ, ਮੌਤ ਨੂੰ ਭਲਿਓ ਆਪੇ ਹੀ ਵਾਜਾ ਮਾਰੋ ਨਾ। ਡਾਕਟਰ ਫਕੀਰ ਮੁਹੰਮਦ ਫਕੀਰ ਬਾ ਕਮਾਲ ਸ਼ਖਸੀਅਤ ਜਿਹਦੇ ਉੱਤੇ ਅੱਲਾ ਦੀ ਜ਼ਾਤ ਮਿਹਰਬਾਨ ਹੋਏ, ਉਹੀ ਫਿਲ ਬਦੀ ਕੋਈ ਇਤਨੀ ਖੂਬਸੂਰਤ ਗੱਲ ਕਰ ਸਕਦੇ। ਤੁਸੀਂ ਦੇਖੋ ਡਾਕਟਰ ਅਲਾਮਾ ਮੁਹੰਮਦ ਇਕਬਾਲ ਦੇ ਕੋਲੋਂ ਗਏ ਤੇ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਨੇ ਅਲਾਮਾ ਇਕਬਾਲ ਨੂੰ ਆਖਿਆ ਕਿ ਪੰਜਾਬੀ ਵੱਲ ਵੀ ਕੋਈ ਧਿਆਨ ਕਰੋ, ਕੁਝ ਲਿਖੋ। ਤੇ ਅਲਾਮਾ ਇਕਬਾਲ ਸਾਹਿਬ ਨੇ ਕਿਹਾ ਅਲਾ ਫਿਰ ਤੁਸੀਂ ਨਾ ਇਸ लाइन का पंजाबी तर्जमा करके। अलामा इकबाल साहब ने किया, गैसुए ताबदार को और भी ताबदार कर। ते डॉक्टर साहब ने फौरी आख्या, लिशकन वालियां जुल्फां नूं और भी लिशकांदा जा। ते वेखो ना अल्लाह पाक दी रहमत ही होए ते इतनी जल्दी कोई जवाब दे सकता है। डॉक्टर फकीर मुहम्मद फकीर बहुत वड्डी शख्सियत। वड्डी शख्सियतां ते उस्तादां दा नाम अदबो एहतराम नाल लेना। कहंदे ने ना बादब
ਬਾਨਸੀਬ। ਉਸਤਾਦਾਂ ਦੀ ਇੱਜ਼ਤ ਕਰਨ ਵਾਲੇ ਬੜੇ ਉੱਚੇ ਮੁਕਾਮ ਤੇ ਜਾਣ। ਮੈਂ ਇੱਕ ਵਾਕਿਆ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ। ਸੁਹੇਲ ਅਹਿਮਦ ਦੇ ਛੋਟੇ ਭਾਈ ਮੁਹੰਮਦ ਜੁਨੇਦ ਅਕਰਮ ਹੋਰੀ ਹੁਣ ਇਸ ਦੁਨੀਆ ਤੇ ਨਹੀਂ, ਲੇਕਿਨ ਇਹ ਵਾਕਿਆ ਉਹਨਾਂ ਨੇ ਮੈਨੂੰ ਸੁਣਾਇਆ ਸੀ ਕਿ ਜਸਟਿਸ ਮਨੀਰੇ ਮੁਗਲ ਸਾਹਿਬ ਦਾ ਬੇਟਾ ਉਹਨਾਂ ਕੋਲ ਪੜ੍ਹਦਾ ਸੀ। ਮਨੀਰੇ ਮੁਗਲ ਸਾਹਿਬ ਨੇ ਆਪਣੇ ਬੇਟੇ ਨੂੰ ਕਿਹਾ ਕਿ ਆਪਣੇ ਉਸਤਾਦ ਨੂੰ ਤੂੰ ਯਾਰ ਘਰ ਬੁਲਾ, ਅਸੀਂ ਉਹਨਾਂ ਦੀ ਖਿਦਮਤ ਕਰਨਾ ਚਾਹੀਦੀ। ਜੁਨੇਦ ਦੱਸਦਾ ਕਿ ਮੈਂ ਉਹਨਾਂ ਦੇ ਘਰ ਗਿਆ, ਜਸਟਿਸ ਸਾਹਿਬ ਨੇ ਮੇਰੀ ਬੜੀ ਇੱਜ਼ਤ ਕੀਤੀ, ਬੜਾ ਪਿਆਰ ਮੁਹੱਬਤ ਕੀਤੀ ਤੇ ਫਿਰ ਮੈਂ ਉਹਨਾਂ ਕੋਲ ਇਜਾਜ਼ਤ ਲੈ ਕੇ ਜਦੋਂ ਬਾਹਰ ਨਿਕਲਣ ਲਗਾ ਤੇ ਜਸਟਿਸ ਸਾਹਿਬ ਜਿਹੜੇ ਨੇ ਉਹ ਮੇਰੇ ਤੋਂ ਪਹਿਲੇ ਦਰਵਾਜ਼ੇ ਤੋਂ ਬਾਹਰ ਨਿਕਲ ਗਏ ਤੇ ਮੈਂ ਦੇਖਿਆ ਕਿ ਜਸਟਿਸ ਮਨੀਰੇ ਮੁਗਲ ਸਾਹਿਬ ਨੇ ਮੇਰੀਆਂ ਦੋਵੇਂ ਜੁੱਤੀਆਂ ਉਠਾਈਆਂ। ਮੈਂ ਕਿਹਾ ਜਸਟਿਸ ਸਾਹਿਬ ਕੀ ਕਰਦੇ ਹੋ? ਉਹਨਾਂ ਆਖਿਆ ਯਾਰ ਤੁਸੀਂ ਮੇਰੇ ਬੇਟੇ ਦੇ ਉਸਤਾਦ ਹੋ। ਕਿੰਨਾ ਰੁਤਬਾ ਹੁੰਦਾ ਹੈ ਉਸਤਾਦ ਦਾ। ਅੱਲਾਹ ਪਾਕ ਨੇ ਫਿਰ ਉਹਨਾਂ ਨੂੰ ਵੀ ਰੁਤਬਾ ਦਿੱਤਾ ਹੋਇਆ ਹੈ ਕਿ ਜਸਟਿਸ ਬਣਾਇਆ। ਇਹ ਬਹੁਤ ਜ਼ਰੂਰੀ ਹੁੰਦਾ ਹੈ ਉਸਤਾਦ ਲੋਕਾਂ ਦਾ ਤੇ ਵੱਡੀ ਸ਼ਖਸੀਅਤਾਂ ਦਾ ਨਾਮ ਅਦਬ ਨਾਲ ਲਿਆ ਜਾਏ। ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਦੇ ਖਾਨਦਾਨ ਤੇ ਨਜ਼ਰ ਮਾਰੋ ਤੇ ਉਹਨਾਂ ਦੇ ਦਾਮਾਦ ਮੀਆਂ ਮੁਹੰਮਦ ਅਕਰਮ ਸਾਹਿਬ ਰਿਟਾਇਰਡ ਡੀਐਸਪੀ ਮਾਸ਼ਾਅੱਲਾ ਇੰਤਹਾਈ ਇਮਾਨਦਾਰ ਸ਼ਖਸ, ਦਿਆਨਤਦਾਰ। ਤੇ ਸੁਹੇਲ ਸਾਹਿਬ ਦੀ ਵਾਲਦਾ ਡਾਕਟਰ ਸਾਹਿਬ ਦੀ ਬੇਟੀ ਇੱਕ ਦਰਵੇਸ਼ ਸਿਫਤ ਔਰਤ। ਮੈਂ ਤੇ ਉਹਨਾਂ ਨੂੰ ਮਿਲਦਾ ਰਿਹਾ ਨਾ ਜੀ, ਉਹਨਾਂ ਕੋਲ ਜਾਂਦਾ ਰਿਹਾ। ਤੇ ਡਾਕਟਰ ਜੁਵੇਦ ਅਕਰਮ ਮਸ਼ਹੂਰ ਸਹਾਫੀ ਐਂਕਰ, ਔਰੰਗਜ਼ੇਬ ਅਕਰਮ ਸਾਹਿਬ ਇੱਕ ਇਲਮੀ ਅਦਬੀ ਸ਼ਖਸੀਅਤ, ਮੁਹੰਮਦ ਜੁਨੇਦ ਅਕਰਮ ਮੇਰਾ ਯਾਰ ਜਿਗਰੀ, ਦੁਨੀਆ ਤੇ ਨਹੀਂ ਇਸ ਵਕਤ। ਤੇ ਪੰਜਾਬੀ ਜ਼ੁਬਾਨ ਦੀ ਉਹ ਤਹਿਰੀਕ ਦਾ ਨਾਂ ਹੈ ਅਬਦੁਲ ਬਾਸਿਤ ਬਾਸਿਤ ਸਾਹਿਬ, ਮਾਰੂਫ ਸ਼ਾਇਰ। ਤੁਸੀਂ ਦੇਖੋ ਉਹਨਾਂ ਦਾ ਟੱਬਰ ਖਾਨਦਾਨ ਤੇ ਗੁਜਰਾਂਵਾਲੇ ਜਾਓ ਤੇ ਦੇਖੋ ਤੁਸੀਂ ਮਾਸ਼ਾਅੱਲਾ ਉਹਨਾਂ ਦਾ ਕਿੰਨਾ ਮੁਕਾਮ ਹੈ ਤੇ ਕਿੰਨੀ ਇੱਜ਼ਤ ਇਹਨਾਂ ਲੋਕ। ਤੇ ਮੈਂ ਡਾਕਟਰ ਫਕੀਰ ਮੁਹੰਮਦ ਫਕੀਰ ਦੇ ਮੁਤਲਕ ਚੰਦ ਜੁਮਲੇ ਕਵਾਂਗਾ ਤੇ ਫਿਰ ਮੈਂ ਦੂਸਰੀ ਗੱਲ ਵੱਲ ਆਵਾਂਗਾ। ਮਿਰਜ਼ਾ ਅਦੀਬ ਸਾਹਿਬ ਕਹਿੰਦੇ ਨੇ ਜੇ ਕੋਈ ਪੰਜਾਬ ਦੀ ਜ਼ਬਾਨ, ਅਦਬ ਤੇ ਸਕਾਫਤ ਨੂੰ ਟੁਰਦਿਆਂ ਫਿਰਦਿਆਂ ਵੇਖਣਾ ਚਾਹੁੰਦਾ ਹੈ ਤੇ ਉਹ ਬਾਬਾ ਹੈ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦੇ ਦਰਸ਼ਨ ਕਰ ਲਓ। ਆਫਤਾਬ ਇਕਬਾਲ ਸਾਹਿਬ ਨਾਲ ਮੇਰੀ ਕੋਈ ਮੁਲਾਕਾਤ ਤੇ ਨਹੀਂ, ਪਰ ਮੈਂ ਟੀਵੀ ਤੇ ਉਹਨਾਂ ਦੇ ਬੜੇ ਪ੍ਰੋਗਰਾਮ ਦੇਖੇ ਨੇ। ਸੁਹੇਲ ਸਾਹਿਬ ਦੇ ਨਾਲ ਵੀ ਉਹ ਕੰਮ ਕਰਦੇ ਰਹੇ ਨੇ ਹਸਪਤਾਲ ਵਿੱਚ, ਬਾਅਦ ਵਿੱਚ ਵੀ ਉਹਨਾਂ ਨੇ ਬੜੇ ਪ੍ਰੋਗਰਾਮ ਕੀਤੇ ਨੇ ਤੇ ਵਾਕਈ ਉਹਨਾਂ ਦਾ ਆਪਣੇ ਸ਼ੁਬੇ 'ਚ ਬੜਾ ਨਾਮ। ਸੁਹੇਲ ਸਾਹਿਬ ਲੈਜੈਂਡ ਨੇ ਤੇ ਆਫਤਾਬ ਇਕਬਾਲ ਸਾਹਿਬ ਦਾ ਵੀ ਮੁੱਖ। ਤੇ ਹੁਣ ਅਸੀਂ ਆਨੇ ਆ ਅਸਲ ਗੱਲਬਾਤ ਕਿ ਜਿਹੜਾ ਤਨਾਜ਼ਾ ਹੈ ਉਹਨੂੰ ਹੁਣ ਡਿਸਕਸ ਕਰ। ਤੇ ਮੇਰੀ ਜਿਹੜੀ ਡਿਸਕਸ਼ਨ ਹੈ ਉਹ ਇਹ ਹੀ ਹੈ, ਪਿੱਛੇ ਨਾ ਜਾਇਆ ਜਾਏ ਕਿਨੇ ਕੀ ਆਖਿਆ ਤੇ ਕਿਨੇ ਕੀ ਜਵਾਬ ਦਿੱਤਾ, ਬਸ ਹੁਣ ਅਗਾਂਹ ਵੱਲ ਟੁਰਿਆ ਜਾਏ ਕਿ ਇਸ ਤਨਾਜ਼ੇ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ। ਮੈਂ ਕਈ ਦਿਨ ਦਾ ਗੌਰ ਕਰਦਾ ਸਾਂ ਪਿਆ ਤੇ ਅੱਜ ਮੈਂ ਆਪਣੇ ਕਰੀਬ ਰਹਿੰਦੇ ਨੇ ਮਾਸਟਰ ਦਿਲਦਾਰ ਸਾਹਿਬ, ਮਾਸ਼ਾਅੱਲਾ ਬੜੀ ਪਿਆਰੀ ਸ਼ਖਸੀਅਤ ਨੇ। ਮੈਂ ਕਿਹਾ ਮਾਸਟਰ ਜਦੋਂ ਦੋ ਬੰਦਿਆਂ ਦਾ ਤਨਾਜ਼ਾ ਹੋ ਜਾਏ ਤੇ ਕੀ ਕਰਨਾ ਚਾਹੀਦਾ? ਆਖਣ ਲੱਗੇ ਕਿ ਮੇਰੇ ਵਾਲਦ ਪਿੰਡ ਵਿੱਚ ਜਦੋਂ ਵੀ ਉਹਨਾਂ ਨੂੰ ਪਤਾ ਲੱਗਦਾ ਕਿ ਕਿਤੇ ਦੋ ਬੰਦਿਆਂ ਦਾ ਤਨਾਜ਼ਾ ਹੋ ਗਿਆ, ਇਸ ਚੀਜ਼ ਤੋਂ ਕਦੇ ਨਜ਼ਰ ਉਹ ਉਹਨਾਂ ਨੂੰ ਜਾਣਦੇ ਸਨ ਨਹੀਂ ਜਾਣਦੇ ਸਨ, ਉੱਥੇ ਪਹੁੰਚ ਜਾਂਦੇ ਤੇ ਉਸ ਵਕਤ ਤੱਕ ਉਥੋਂ ਵਾਪਸ ਨਾ ਆਉਂਦੇ ਜਦ ਤੱਕ ਕਿ ਉਹਨਾਂ ਦੀ ਸੁਲਹ ਨਾ ਹੁੰਦੀ। ਉਹਨਾਂ ਕਿਹਾ ਮੇਰੇ ਵਾਲਦ ਸਾਹਿਬ ਕਹਿੰਦੇ ਸਨ ਕਿ ਅੱਲਾਹ ਤਾਲਾ ਨੂੰ ਇਹ ਅਮਲ ਸਭ ਤੋਂ ਜ਼ਿਆਦਾ ਪਸੰਦ। ਤੇ ਹੁਣ ਮੈਂ ਅਰਬਾਬੇ ਇਖਤਿਆਰ ਅੱਗੇ ਇਹ ਗੁਜ਼ਾਰਿਸ਼ ਕਰਾਂਗਾ ਕਿ ਉਹ ਇਸ ਜਿਹੜਾ ਪਸੰਦੀਦਾ ਅਮਲ ਹੈ ਇਹਦੇ 'ਚ ਹਿੱਸਾ ਪਾਉਣ ਤੇ ਇਹਨਾਂ ਦੋ ਵੱਡੀ ਸ਼ਖਸੀਅਤ ਦਾ ਆਪਸ ਵਿੱਚ ਰਾਜ਼ੀਨਾਮਾ ਕਰਾਉਣ। ਇਹ ਬੜਾ ਅੱਛਾ ਕੰਮ। ਮੈਂ 4 ਡਿਸਟ੍ਰਿਕਟ ਦੀ ਪ੍ਰੋਸੀਕਿਊਸ਼ਨ ਦਾ ਇੰਚਾਰਜ ਰਿਹਾ, ਗੁਜਰਾਂਵਾਲਾ, ਗੁਜਰਾਤ, ਜੇਹਲਮ, ਫੈਸਲਾਬਾਦ। ਤੇ ਇਹ ਗੱਲ ਪੂਰੀ ਦਿਆਨਤਦਾਰੀ ਨਾਲ ਕਰ ਰਿਹਾ ਹਾਂ ਕਿ ਅਗਰ ਕਿਸੇ ਵੇਲੇ ਮੈਂ ਕਿਸੇ ਨਾਇਬ ਪ੍ਰਸਦ ਨੂੰ ਵੀ ਸਖਤ ਅਲਫਾਜ਼ ਇਸਤੇਮਾਲ ਕੀਤੇ ਤੇ ਜਦ ਤੱਕ ਮੈਂ ਉਹਦੇ ਕੋਲੋਂ ਮਾਜ਼ਰਤ ਨਹੀਂ ਕੀਤੀ ਘਰ ਨਹੀਂ ਗਿਆ। ਤੇ ਇਸ ਅਮਲ ਨਾਲ ਮੈਨੂੰ ਅਜਿਹੀ ਤਸਕੀਨ ਹੁੰਦੀ, ਮੈਨੂੰ ਇੰਜ ਲੱਗਦਾ ਮੈਂ ਹਵਾਵਾਂ ਚ ਉੱਡ ਰਿਹਾ ਤੇ ਹਲਕਾ ਫੁਲਕਾ ਹੋ ਗਿਆ। ਤੇ ਇਸ ਚੀਜ਼ ਦਾ ਆਪਣਾ ਹੀ ਚੱਸ, ਇਹ ਕੋਈ ਅਮਲ ਜਿਹੜਾ ਨਾ ਤੁਹਾਨੂੰ ਕਰਕੇ ਆਪਣੇ ਅੰਦਰ ਇੱਕ ਰੋਸ਼ਨੀ ਜਿਹੀ ਮਹਿਸੂਸ ਵੀ ਹੁੰਦੀ। ਮਾਸਟਰ ਦਿਲਦਾਰ ਸਾਹਿਬ ਨੇ ਇੱਕ ਹੋਰ ਵੀ ਗੱਲ ਦੱਸੀ। ਉਹਨਾਂ ਦੱਸਿਆ ਅਗਰ ਦੋ ਬੰਦਿਆਂ ਦਾ ਤਨਾਜ਼ਾ ਹੋ ਜਾਏ ਤੇ ਕੋਈ ਬੰਦਾ ਸੱਚ ਤੇ ਹੋਵੇ ਲੇਕਿਨ ਉਹ ਰਾਜ਼ੀਨਾਮੇ ਦੀ ਖਾਤਰ ਲਿਫ ਜਾਏ, ਉਹਦੇ ਨਾਲ ਜੰਨਤ ਦਾ ਵਾਅਦਾ ਕੀਤਾ ਗਿਆ, ਉਹਦੀ ਇੱਜ਼ਤ ਦੇ ਹਿਫਾਜ਼ਤ ਦਾ ਵਾਅਦਾ ਵੀ ਕੀਤਾ ਗਿਆ। ਤੇ ਮੈਂ ਦੋਵਾਂ ਸ਼ਖਸੀਅਤ ਨੂੰ ਗੁਜ਼ਾਰਿਸ਼ ਕਰਨਾ ਕੋਈ ਇੱਕ ਦੂਜੇ ਨੂੰ ਜੱਫੀ ਲਾ ਲੈ ਤੇ ਜੋ ਦੂਰ ਨੇ ਤੇ ਮੋਬਾਈਲ ਤੋਂ ਨਾ ਤੋਂ ਦੂਰ ਨਹੀਂ। अस्सलाम वालेकुम।